प्यारे बच्चों, अज का अपना विषय है नागरिक शास्त्र का पहला पाठ भारतीय संविधान ਦੀਆਂ विशेषतावां। यह पाठ ਤੁਹਾਡੀ पुस्तक ਵਿੱਚ पाठ नंबर 10 ਵਜੋਂ दर्ज है। सो आओ ਆਪਾਂ इस बारे जानकारी प्राप्त करिए। संविधान, पहले गल करांगे संविधान की। संविधान हुंदा की है? बच्चे शुरू तो पढ़ते आ रहे हैं, आप सुनते आ रहे हैं कि भारतीय संविधान के अकॉर्डिंगली इदा है, पर संविधान हुंदा की है? संविधान एक अजिहा कानूनी दस्तावेज है, एक डॉक्यूमेंट है, मौलिक कानूनी दस्तावेज है जिस दे अनुसार किसी भी देश का संचालन है जिहड़ा किया जाता है। कोई भी सरकार अपनी मर्जी नाल कोई नवे कानून ना बनाए, अपनी मन मर्जी ना करे अते देश नूं गलत तरफ ना लेके जाए। इस करके भारत का संविधान बनाया गया है जिहदे विच हर कानून, हर जिहड़ी चीज़ है वह बारीक तो बारीक जिहड़ी है वो डिटेल विच दसी गई है, ताकि कोई भी सरकार बने, कोई भी पार्टी बने, कोई भी कानून बने वह संविधान की दे अकॉर्डिंगली ही बने, उसके खिलाफ जाके ना बने। ठीक है ना। सो एक तरह नाल जिहड़ा संविधान है सानू प्रोटेक्ट करता है, साडे देश नूं प्रोटेक्ट करता है कि ये किसी गलत हत्थां विच ना चला जाए। सो बच्चों, हुण संविधान जिहड़ा है ये कोई एक या दो दिन की मेहनत नाल नहीं बनया होया। इस नूं बनन दे लई लगभग 3 साल का समा लगा ਅਤੇ बहुत सारे विद्वानों ने एक कमेटी बनाई गई ਸੀਗੀ आज़ादी तो पहले, तो आज़ादी तो बाद भी वो मीटिंग्स ਜਿਹੜੀਆਂ ਸੀ ਉਹ ਚੱਲਦੀਆਂ ਰਹੀਆਂ। उस कमेटी ने की किया, उस कॉन्स्टिट्यूएंट असैंबली ने बैठ के बहुत सारी बहस करके डिबेट्स करन तो बाद ये संविधान बनाया गया है। ठीक है बेटा। इसका आरंभ होया बनन का 9 दसंबर 1946 ਨੂੰ ਇਹ बनना आरंभ होया ਅਤੇ 26 नवंबर 1949 1949 ਦੇ ਵਿੱਚ ਇਹ ਪਾਸ ਕੀਤਾ ਗਿਆ और 26 जनवरी 1950 ਨੂੰ ਇਹ ਲੀਗਲੀ ਲਾਗੂ ਕਰ ਦਿੱਤਾ ਗਿਆ, ਇੰਪਲੀਮੈਂਟ ਕਰ ਦਿੱਤਾ ਗਿਆ ਤੇ ਇਸ ਨੂੰ ਫੋਲੋ ਕੀਤਾ ਜਾਣ ਲੱਗ ਗਿਆ। ठीक है बच्चे, उसे बहुत ही मेहनत और मुशक्कत ਦੇ ਨਾਲ ਜਿਹੜਾ ਹੈ ਸੰਵਿਧਾਨ ਆਪਣਾ ਜਿਹੜਾ ਹੈ ਆਪਣੇ ਜਿਹੜੇ ਐਕਸਪਰਟਸ ਹੈਗੇ ਨੇ ਉਹਨਾਂ ਨੇ ਬਣਾਇਆ ਹੋਇਆ ਹੈ। ਹੁਣ ਸੰਵਿਧਾਨ ਦੀ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਇੰਪੋਰਟੈਂਸ ਨੇ, ਲਾਈਕ ਇਹ ਸਰਕਾਰ ਦੇ ਅੰਗਾਂ ਦਾ ਸੰਗਠਨ ਕਰਦਾ ਹੈ, ਉਹਨਾਂ ਦੇ ਕਾਰਜਾਂ ਦੇ ਸੰਬੰਧਾਂ ਦੀ ਵਿਆਖਿਆ ਕਰਦਾ ਹੈ ਕਿ ਕਿਹੜੇ ਜਿਹੜਾ ਸੰਗਠਨ ਹੈ ਜਾਂ ਕਿਹੜਾ ਅੰਗ ਹੈ ਸਰਕਾਰ ਦਾ ਉਸਦਾ ਕੀ ਕੰਮ ਹੋਏਗਾ, ਕਿਉਂਕਿ ਆਪਣੇ ਸਰਕਾਰ ਜਿਹੜੀ ਸ਼ਕਤੀਆਂ ਨੇ ਉਹ ਉਹਨਾਂ ਦਾ ਵਿਕੇਂਦਰੀਕਰਨ ਕੀਤਾ ਗਿਆ, ਉਹਨਾਂ ਨੂੰ ਵੰਡਿਆ ਗਿਆ ਅਲੱਗ-ਅਲੱਗ ਭਾਗਾਂ ਦੇ ਵਿੱਚ, ਤਾਂ ਹਰ ਇੱਕ ਜਿਹੜਾ ਅੰਗ ਹੈ ਸਰਕਾਰ ਦਾ ਉਹ ਆਪਣਾ ਆਪਣਾ ਕੰਮ ਬਖੂਬੀ ਨਿਭਾਏ, ਇਸ ਦੀ ਵਿਆਖਿਆ ਵੀ ਜਿਹੜਾ ਸੰਵਿਧਾਨ ਹੈ ਉਹ ਕਰਦਾ ਹੈ। ਉਸ ਤੋਂ ਬਾਅਦ ਨਾਗਰਿਕਾਂ ਦੇ ਮੌਲਿਕ ਅਧਿਕਾਰ, ਆਪਾਂ ਨੂੰ ਅੱਛੀ ਜ਼ਿੰਦਗੀ ਜੀਣ ਦੇ ਲਈ, ਪਰਸਨੈਲਿਟੀ ਡਿਵੈਲਪਮੈਂਟ ਕਰਨ ਦੇ ਲਈ ਜਿਹੜੇ ਹੈ ਮੌਲਿਕ ਅਧਿਕਾਰਾਂ ਦੀ ਬਹੁਤ ਜ਼ਰੂਰਤ ਹੈ। ਉਹਨਾਂ ਦੀ ਹੱਦਬੰਦੀ ਵੀ ਜਿਹੜੀ ਹੈ, ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਹੱਦਬੰਦੀ ਵੀ ਜਿਹੜੀ ਹੈ ਸੰਵਿਧਾਨ ਦੇ ਵਿੱਚ ਕੀਤੀ ਗਈ ਹੈ। ਸ਼ਕਤੀ ਦੀ ਦੁਰਵਰਤੋਂ ਕਰਨ ਤੇ ਵੀ ਇਹ ਰੋਕ ਲਗਾਉਂਦਾ ਹੈ ਕਿ ਕੋਈ ਵੀ ਜਿਹੜਾ ਮਿਨਿਸਟਰ ਹੈ ਜਾਂ ਜਿਹਦੇ ਹੱਥ ਸਰਕਾਰ ਦੀ ਵਾਗਡੋਰ ਹੈ, ਕੋਈ ਵੀ ਪਾਰਟੀ ਜਿਹੜੀ ਹੈ ਉਹ ਆਪਣੀ ਮਰਜ਼ੀ ਨਾਲ ਆਪਣੀ ਸ਼ਕਤੀ ਦੀ ਦੁਰਵਰਤੋਂ ਨਾ ਕਰ ਸਕੇ, ਕਿਉਂਕਿ ਇਸ ਦਾ ਨੁਕਸਾਨ ਸਿੱਧਾ ਸਿੱਧਾ ਦੇਸ਼ ਨੂੰ ਤੇ ਉਸ ਦੀ ਜਨਤਾ ਨੂੰ ਭੁਗਤਣਾ ਪੈਂਦਾ ਹੈ। ਇਸ ਲਈ ਸੰਵਿਧਾਨ ਇਹ ਤੈਅ ਕਰਦਾ ਹੈ ਕਿ ਜੋ ਵੀ ਕੋਈ ਵੀ ਫੈਸਲਾ ਲਿਆ ਜਾ ਰਿਹਾ, ਕੁਝ ਵੀ ਹੋ ਰਿਹਾ ਉਹ ਸੰਵਿਧਾਨ ਦੇ ਅਕੋਰਡਿੰਗਲੀ ਹੋਵੇ, ਤਾਂ ਆਪਣੀ ਮਨ ਮਰਜ਼ੀ ਕੋਈ ਵੀ ਜਿਹੜਾ ਸਰਕਾਰ ਦਾ ਨੁਮਾਇੰਦਾ ਹੈ ਉਹ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਬੇਟਾ ਇਹ ਸਰਕਾਰ ਤੇ ਨਾਗਰਿਕਾਂ ਦੇ ਸੰਬੰਧਾਂ ਨੂੰ ਨਿਰਧਾਰਿਤ ਵੀ ਕਰਦਾ ਹੈ ਕਿ ਕਿਸ ਤਰ੍ਹਾਂ ਦੇ ਸੰਬੰਧ ਹੋਣਗੇ ਸਰਕਾਰ ਤੇ ਨਾਗਰਿਕਾਂ ਦੇ ਵਿੱਚ। ਸਰਕਾਰ ਨਾਗਰਿਕਾਂ ਨੂੰ ਜਵਾਬਦੇਹੀ ਹੋਏਗੀ, ਕਿਉਂਕਿ ਨਾਗਰਿਕ ਹੀ ਜਿਹੜੇ ਨੇ ਉਹ ਅਸਲੀ ਸ਼ਕਤੀ ਨੇ। ਇਹਦੇ ਵਿੱਚ ਸੰਵਿਧਾਨ ਵਿੱਚ ਸਾਫ਼-ਸਾਫ਼ ਲਿਖਿਆ ਗਿਆ, ਕਿਉਂਕਿ ਆਪਾਂ ਲੋਕਤੰਤਰ ਗਣਰਾਜ ਵਿੱਚ ਰਹਿੰਦੇ ਹਾਂ ਤੇ ਸਰਕਾਰ ਤੇ ਨਾਗਰਿਕਾਂ ਦੇ ਵਿੱਚ ਕੈਸੇ ਸੰਬੰਧ ਹੋਣਗੇ, ਸਰਕਾਰ ਕਿਸ ਕਿਸ ਗੱਲ ਨੂੰ ਲੈ ਕੇ ਜਵਾਬਦੇਹੀ ਹੋਣੀ ਚਾਹੀਦੀ ਹੈ ਨਾਗਰਿਕਾਂ ਨੂੰ, ਇਸ ਤਰ੍ਹਾਂ ਦੇ ਸੰਬੰਧਾਂ ਨੂੰ ਵੀ ਜਿਹੜਾ ਹੈ ਸੰਵਿਧਾਨ ਹੀ ਨਿਰਧਾਰਿਤ ਕਰਦਾ ਹੈ। ਅੱਗੇ ਬੱਚੇ ਆਪਾਂ ਗੱਲ ਕਰਾਂਗੇ ਪ੍ਰਸਤਾਵਨਾ ਦੀ। ਪ੍ਰਸਤਾਵਨਾ ਹੈ ਕੀ? ਜਿਵੇਂ ਤੁਹਾਡੀ ਬੁੱਕ ਸਟਾਰਟ ਹੁੰਦੀ ਹੈ ਨਾ, ਕੋਈ ਵੀ ਸਮਾਜਿਕ ਦੀ ਬੁੱਕ ਹੈ ਜੀ, ਇੰਗਲਿਸ਼ ਦੀ ਬੁੱਕ ਹੈ, ਉਸ ਤੋਂ ਪਹਿਲੇ ਆਪਾਂ ਨੂੰ ਇੱਕ ਇੰਡੈਕਸ ਦਿੱਤਾ ਗਿਆ ਹੁੰਦਾ ਹੈ। ਇੰਡੈਕਸ ਸ਼ੋਜ਼ ਕਿ ਪੂਰੀ ਬੁੱਕ ਦੇ ਅੰਦਰ ਆਪਾਂ ਕਿਸ ਚੀਜ਼ ਬਾਰੇ ਗੱਲ ਕਰਨੀ ਹੈ, ਕੀ ਬਣਨਾ ਹੈ, ਕੀ ਉਹਦੇ ਅੰਦਰ ਦਰਜ ਹੈ। ਇੱਕ ਛੋਟਾ ਜਿਹਾ ਓਵਰਆਲ ਵਿਊ ਦਿੱਤਾ ਗਿਆ ਹੁੰਦਾ ਨਾ, ਉਹੀ ਗੱਲ ਦਾ ਹੈ ਆਪਣੀ ਪ੍ਰਸਤਾਵਨਾ। ਪ੍ਰਸਤਾਵਨਾ ਇਜ਼ ਕਾइंड ऑफ इंडेक्स ऑफ द कॉन्स्टिट्यूशन, अपने कॉन्स्टिट्यूशन की, अपने संविधान की यह इंडेक्स है कि ये अंदर छोटे संखेप में छोटी सार दे के एक छोटी जी समरी दी हुई है कि हाँ अपना असल च आप की कहना चाह रहे हैं, अपना भारत किहो जिहा है।
ठीक है। ਇਹ ਪੂਰੀ ਪ੍ਰਸਤਾਵਨਾ ਬੇਟੇ ਤੁਹਾਨੂੰ ਕਿਤੋਂ ਵੀ ਮਿਲ ਜਾਏਗੀ, ਮੇਰੇ ਫਸਟ ਸਲਾਈਡ ਦੇ ਵਿੱਚ ਵੀ ਦਿੱਤੀ ਹੋਈ ਹੈ, ਵੈਸੇ ਉਹ ਇੰਗਲਿਸ਼ ਦੇ ਵਿੱਚ ਹੈ, ਬਟ ਆਈ ਥਿੰਕ ਕਿ ਤੁਹਾਡੇ ਬੁੱਕਸ ਦੇ ਪਿੱਛੇ ਵੀ ਜਿਹੜਾ ਹੈ ਇਸ ਪ੍ਰਸਤਾਵਨਾ ਦਿੱਤੀ ਹੋਈ ਹੈ SSD ਬੁੱਕਸ ਦੇ ਵਿੱਚ। ਤਾਂ ਇਹ ਸਟਾਰਟ ਹੁੰਦੀ ਹੈ, ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਤੇ ਲੋਕਤੰਤਰੀ ਗਣਰਾਜ ਦੀ ਸਥਾਪਨਾ ਕਰਨ ਤੋਂ ਲੈ ਕੇ ਐਂਡ ਤਾਂ ਹੁੰਦਾ ਆਤਮ ਸਮਰਪਣ ਕਰਦੇ ਹਾਂ। ਪੂਰੀ ਪ੍ਰਸਤਾਵਨਾ ਥੋੜੀ ਜਿਹੀ ਵੱਡੀ ਹੈ ਤੇ ਉਸ ਨੂੰ ਹਰ ਇੱਕ ਨਿੱਕੀ ਨਿੱਕੀ ਨੂੰ ਐਕਸਪਲੇਨ ਕਰਨ ਦੇ ਵਿੱਚ ਥੋੜਾ ਟਾਈਮ ਲੱਗ ਜਾਂਦਾ, ਇਸ ਕਰਕੇ ਮੈਂ ਥੋੜੇ ਸ਼ਾਰਟ ਦੇ ਵਿੱਚ ਹੀ ਦੱਸ ਰਹੀ ਹਾਂ ਕਿ ਕਹਿਣ ਦਾ ਮਤਲਬ ਇਹ ਹੈ ਕਿ ਪ੍ਰਸਤਾਵਨਾ ਵਿੱਚ ਭਾਰਤ ਨੂੰ ਪ੍ਰਭਾਵਸ਼ਾਲੀ ਸਮਾਜਵਾਦੀ ਧਰਮ ਨਿਰਪੱਖ ਤੇ ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ ਹੈ। ਆਓ ਆਪਾਂ ਇਹਦੇ ਉਹ ਗੱਲ ਕਰ ਲਈਏ ਵੀ ਕੀ ਕਹਿਣਾ ਚਾਹ ਰਹੇ ਹੈ। ਦੇਖੋ ਇੱਥੇ ਕਹਿ ਰਹੇ ਨੇ ਕਿ ਅਸੀਂ ਭਾਰਤ ਦੇ ਲੋਕ ਵੀ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਮਤਲਬ ਕਿ ਪ੍ਰਭੂਸੱਤਾ ਸੰਪੰਨ ਉਹ ਰਾਜ ਹੁੰਦਾ ਹੈ ਜਿਹਦੇ ਕੋਲ ਆਪਣੇ ਫੈਸਲੇ ਕਰਨ ਦੀ ਖੁਦ ਤਾਕਤ ਹੁੰਦੀ ਹੈ। ਇਟ ਮੀਨਸ ਕਿ ਕੋਈ ਐਕਸਟਰਨਲ ਫੋਰਸ ਜਿਹੜੀ ਹੈ ਉਸਨੂੰ ਉਹ ਫੋਰਸ ਨਹੀਂ ਕਰ ਸਕਦੀ ਕਿਸੇ ਤਰ੍ਹਾਂ ਦਾ ਫੈਸਲਾ ਲੈਣ ਲਈ। ਉਹ ਜਦੋਂ ਤੋਂ ਭਾਰਤ ਆਜ਼ਾਦ ਹੋਇਆ ਪੂਰਾ ਪ੍ਰਭੂਸੱਤਾ ਸੰਪੰਨ ਹੈ, ਉਹ ਕਿਸੇ ਬਾਹਰੀ ਸ਼ਕਤੀ ਦੇ ਅਧੀਨ ਨਹੀਂ ਹੈ, ਉਹਦੇ ਕੋਲ ਆਪਣੀ ਪੂਰੀ ਪਾਵਰ ਹੈ ਹਰ ਇੱਕ ਐਕਸਟਰਨਲ ਤੇ ਇੰਟਰਨਲ ਅਫੇਅਰਸ ਦੇ ਵਿੱਚ ਡਿਸੀਜ਼ਨ ਲੈਣ ਦੀ। ਨੈਕਸਟ ਵਰਡ ਹੈ ਬੇਟੇ ਸਮਾਜਵਾਦੀ। ਸਮਾਜਵਾਦੀ ਦਾ ਅਰਥ ਹੈ ਕਿ ਭਾਰਤ ਜਿਹੜਾ ਹੈ ਉਹ ਹਰ ਤਰ੍ਹਾਂ ਦੇ ਲੋਕਾਂ ਨੂੰ ਇੱਕ ਜਿਹਾ ਸਮਝਦਾ ਹੈ, ਗਰੀਬ ਅਮੀਰ ਵਿੱਚ ਕੋਈ ਅੰਤਰ ਨਹੀਂ ਸਮਝਦਾ, ਕਿਸੇ ਦਾ ਸ਼ੋਸ਼ਣ ਨਹੀਂ ਕੀਤਾ ਜਾਂਦਾ ਕਿਸੇ ਵੀ ਭੇਦਭਾਵ ਨੂੰ ਲੈ ਕੇ, ਤੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ ਜਿਹੜਾ ਹੈ ਉਹ ਹਰ ਨਾਗਰਿਕ ਦਾ ਅਧਿਕਾਰ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਧਰਮ ਨਿਰਪੱਖ ਰਾਜ ਤੋਂ ਭਾਵ ਹੈ ਕਿ ਭਾਰਤ ਦਾ ਕੋਈ ਆਪਣਾ ਧਰਮ ਨਹੀਂ ਹੈ, ਇਹ ਧਰਮ ਨਿਰਪੱਖ ਰਾਜ ਹੈ। ਹਰ ਇਨਸਾਨ ਨੂੰ ਹਰ ਨਾਗਰਿਕ ਨੂੰ ਆਪਣਾ ਧਰਮ ਅਪਣਾਉਣ ਤੇ ਉਸ ਦੀ ਪ੍ਰਚਾਰ ਕਰਨ ਦੀ ਪੂਰੀ ਆਜ਼ਾਦੀ ਹੈ। ਧਰਮ ਦੇ ਨਾਮ ਤੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਕਰਨ ਤੋਂ ਮਨਾਹੀ ਕੀਤੀ ਗਈ ਹੈ। ਨੈਕਸਟ ਇਜ਼ ਲੋਕਤੰਤਰ ਸ਼ਾਸਨ ਹੈ ਆਪਣੇ ਭਾਰਤ ਵਿੱਚ। ਪਤਾ ਹੀ ਹੈ ਕਿ ਜਿਹੜੀ ਸਰਕਾਰ ਹੈ ਉਹ ਲੋਕਾਂ ਦੁਆਰਾ ਤੇ ਲੋਕਾਂ ਦੇ ਲਈ ਹੀ ਚੁਣੀ ਜਾਂਦੀ ਹੈ, ਵੋਟਾਂ ਦੇ ਥਰੂ ਜਿਹੜੀ ਹੈ ਉਹ ਸਰਕਾਰ ਚੁਣੀ ਜਾਂਦੀ ਹੈ। ਅੱਗੇ ਹੈ ਗਣਰਾਜ ਤੋਂ ਭਾਵ ਹੈ ਬੇਟਾ ਕਿ ਇੱਥੇ ਦਾ ਜਿਹੜਾ ਹੈੱਡ ਹੈ ਉਹ ਰਾਸ਼ਟਰਪਤੀ ਨੂੰ ਘੋਸ਼ਿਤ ਕੀਤਾ ਗਿਆ ਹੈ, ਠੀਕ ਹੈ। ਰਾਜਾ ਮੁਖੀ ਰਾਸ਼ਟਰਪਤੀ ਹੈ, ਉਹਦੀ ਜਿਹੜੀ ਸੀਟ ਹੈ ਉਹ ਜੱਦੀ ਨਹੀਂ ਹੈ। ਜਿਵੇਂ ਬਾਦਸ਼ਾਹ ਹੁੰਦੇ ਨੇ, ਰਾਜੇ ਹੁੰਦੇ ਨੇ, ਉਹ ਜੱਦੀ ਨਹੀਂ ਹੈ, ਉਹ ਵੀ ਲੋਕਾਂ ਦੁਆਰਾ ਹੀ ਚੁਣਿਆ ਜਾਂਦਾ ਹੈ, ਜਨਤਾ ਤੇ ਉਹਦੇ ਪ੍ਰਤੀਨਿਧੀਆਂ ਦੁਆਰਾ ਹੀ ਚੁਣਿਆ ਜਾਂਦਾ ਹੈ ਤੇ ਲੋਕਾਂ ਦੇ ਪ੍ਰਤੀ ਇਹ ਹਮੇਸ਼ਾ ਉੱਤਰਦਾਈ ਹੁੰਦਾ ਹੈ। ਠੀਕ ਹੈ ਬੇਟੇ, ਆਸ਼ਾ ਕਰਦੀ ਹਾਂ ਤੁਹਾਨੂੰ ਇਸ ਤੋਂ ਕਾਫੀ ਕੁਝ ਕਲੀਅਰ ਹੋ ਗਿਆ ਹੋਵੇਗਾ। ਇਸ ਪ੍ਰਸਤਾਵਨਾ ਤੋਂ ਬਾਅਦ ਆਪਾਂ ਗੱਲ ਕਰਾਂਗੇ ਸੰਵਿਧਾਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੀ ਕਿ ਆਪਣੇ ਸੰਵਿਧਾਨ ਕੈਸਾ ਹੈ, ਆਓ ਇਹਦੇ ਬਾਰੇ ਆਪਾਂ ਜਾਣੀਏ। ਸਭ ਤੋਂ ਪਹਿਲੇ ਗੱਲ ਕਰਾਂਗੇ ਲੰਬਾ ਅਤੇ ਵਿਸਤ੍ਰਿਤ ਸੰਵਿਧਾਨ। ਆਪਣਾ ਜਿਹੜਾ ਸੰਵਿਧਾਨ ਹੈ ਬਹੁਤ ਹੀ ਲੰਬਾ ਹੈ। ਭਾਰਤੀ ਸੰਵਿਧਾਨ ਸੰਸਾਰ ਦਾ ਸਭ ਤੋਂ ਵੱਡੇ ਆਕਾਰ ਵਾਲਾ ਸੰਵਿਧਾਨ ਹੈ। ਇਹਦੇ ਵਿੱਚ 395 ਅਨੁਛੇਦ ਅਤੇ 12 ਅਨੁਸੂਚੀਆਂ ਹਨ। ਉਸ ਤੋਂ ਬਾਅਦ ਹੈ ਲਚਕੀਲਾ ਤੇ ਕਠੋਰ ਸੰਵਿਧਾਨ। ਇਸ ਨੂੰ ਆਪਾਂ ਲਚਕੀਲਾ ਤੇ ਕਠੋਰ ਦੋਨੋਂ ਤਰ੍ਹਾਂ ਦਾ ਹੀ ਮੰਨਦੇ ਹਾਂ। ਲਚਕੀਲਾ ਸੰਵਿਧਾਨ ਉਹ ਹੁੰਦਾ ਜਿਹੜਾ ਆਸਾਨੀ ਨਾਲ ਮਤਲਬ ਸਧਾਰਨ ਬਹੁਮਤ ਨਾਲ ਬਦਲਿਆ ਜਾ ਸਕਦਾ ਹੈ, ਅਤੇ ਕਠੋਰ ਉਹ ਹੁੰਦਾ ਜਿਸ ਦੇ ਵਿੱਚ ਸੋਧ ਕਰਨਾ ਬਹੁਤ ਕਠੋਰ ਹੋਵੇ। ਅਤੇ ਆਪਾਂ ਦੋਨਾਂ ਦਾ ਮਿਸ਼ਰਣ ਇਸ ਲਈ ਮੰਨਦੇ ਹਾਂ ਕਿਉਂਕਿ ਸਾਡੇ ਦੇਸ਼ ਵਿੱਚ ਜਿਹੜੀ ਸੰਵਿਧਾਨਿਕ ਸੋਧ ਹੈ ਉਹ ਉਸਨੂੰ ਕਰਨ ਦਾ ਜਿਹੜਾ ਵਿਚਕਾਰਲਾ ਰਸਤਾ ਅਪਣਾਇਆ ਗਿਆ। ਕੁਛ ਵਿਸ਼ਿਆਂ ਵਿੱਚ ਲਚਕੀਲਾ ਹੈ ਅਤੇ ਕੁਛ ਵਿਸ਼ਿਆਂ ਵਿੱਚ ਸੋਧ ਕਰਨੀ ਜਿਹੜੀ ਆ ਬਹੁਤ ਹੀ ਕਠੋਰ ਹੈ। ਨੈਕਸਟ ਸੰਘਾਤਮਕ ਸਰਕਾਰ ਉਹ ਹੁੰਦੀ ਹੈ ਜਿਹਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇਹਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਅਤੇ ਸੁਤੰਤਰ ਨਿਆਂਪਾਲਿਕਾ ਦੀ ਵੀ ਸਥਾਪਨਾ ਕੀਤੀ ਗਈ ਹੈ। ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਗਿਆ ਤਾਂ ਕਿ ਸ਼ਕਤੀਆਂ ਨੇ ਜਿਹੜੀਆਂ ਸੈਂਟਰਲਾਈਜ਼ ਨਾ ਹੋ ਜਾਣ, ਪਾਵਰਸ ਨੇ ਜਿਹੜੀਆਂ ਕਿਸੇ ਇੱਕ ਜਾਂ ਦੋ ਬੰਦਿਆਂ ਦੇ ਹੱਥ ਵਿੱਚ ਨਾ ਰਹਿਣ, ਬਲਕਿ ਉਹ ਵੰਡੀਆਂ ਜਾਣ ਤਾਂ ਕਿ ਕੋਈ ਵੀ ਜਿਹੜਾ ਮਿਨਿਸਟਰ ਹੈ ਆਪਣੀ ਮਨਮਾਨੀ ਨਾ ਕਰ ਸਕੇ। ਠੀਕ ਹੈ ਜੀ। ਸੋ ਸੰਘਾਤਮਕ ਸਰਕਾਰ ਮਤਲਬ ਰਾਜਾਂ ਦੇ ਵਿੱਚ ਅਤੇ ਕੇਂਦਰ ਦੇ ਵਿੱਚ ਜਿਹੜੀ ਹੈ ਉਹ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਨੈਕਸਟ ਇਜ਼ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ। ਜਿਹੜੀ ਇੱਥੇ ਦੀ ਨਿਆਂਪਾਲਿਕਾ ਹੈ ਉਹ ਸੁਤੰਤਰ ਹੈ ਅਤੇ ਨਿਰਪੱਖ ਹੈ। ਇਟ ਮੀਨਸ ਕਿ ਨਿਆਂਪਾਲਿਕਾ ਮਤਲਬ ਜੁਡੀਸ਼ਰੀ ਸਿਸਟਮ ਕਿ ਕੋਈ ਵੀ ਅਗਰ ਕੋਰਟ ਵਿੱਚ ਜਾਂਦਾ ਹੈ ਆਪਣਾ ਕੇਸ ਲੈ ਕੇ ਜਾਂ ਕੁਛ ਵੀ ਲੈ ਕੇ, ਤਾਂ ਜਿਹੜੇ ਜੱਜਿਸ ਨੇ ਉਹ ਜਿਹੜਾ ਫੈਸਲਾ ਦਿੰਦੇ ਨੇ ਉਹ ਬਿਲਕੁਲ ਨਿਰਪੱਖ ਹੋ ਕੇ ਦਿੰਦੇ ਨੇ। ਉਹਨਾਂ ਉੱਪਰ ਕਿਸੇ ਦਾ ਪ੍ਰੈਸ਼ਰ, ਕਿਸੇ ਪਾਰਟੀ ਦਾ ਜਾਂ ਕਿਸੇ ਪੋਲੀਟੀਕਲ ਪਰਸਨ ਦਾ ਪ੍ਰੈਸ਼ਰ ਨਹੀਂ ਹੁੰਦਾ।
ठीक है, ਤਾਂ ਹੀ ਲੋਕਾਂ ਨੂੰ ਨਿਆਂ ਮਿਲਣਾ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਜਿਹੜੀ ਨਿਆਂਪਾਲਿਕਾ ਬਿਲਕੁਲ ਸੁਤੰਤਰ ਤੇ ਨਿਰਪੱਖ ਹੈ ਵਿਦਆਊਟ ਐਨੀ ਕਾइंड ऑफ ਇਨਫਲੂਐਂਸ। ਨੈਕਸਟ ਇਜ਼ ਸੰਸਦੀ ਸਰਕਾਰ। ਆਪਣੇ ਇੱਥੇ ਸੰਸਦੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ। इसका इट मीनस कि इसका कार्यपालिका का जोड़ा मुखी है वो राष्ट्रपति है, पर राष्ट्रपति जोड़ा है वो ना मात्र मुखी है, तो असली जी शासन करने की शक्ति है वो मंत्रिमंडल तो उसके हैड है जोड़ा प्रधानमंत्री कोल होंदी है। ठीक है बच्चे, सो राष्ट्रपति है अपना ना मात्र मुखी और प्रधानमंत्री है अपना असली मुखी। नैक्सट इज बालक मत अधिकार। बालक मत अधिकार बेटा यूनिवर्सल फ्रेंचाइजी मीनस के हर नागरिक बिना किसी जात पात रंग नस्ल के भेदभाव तो बिना जोड़ा नागरिक 18 साल का हो गया उसनों वोट पाने की बिल्कुल आज़ादी दी गई है, वो वोट पा सकता है। इसनों कहते हैं बालक मत अधिकार। नैक्सट इज मौलिक राष्ट्रपति दी संकटकालीन शक्तियाँ। कुछ अजिहियां शक्तियां ने बेटा जिहड़ियां संकट के समय राष्ट्रपति के हत्थों में आ जांदियां ने। लाइक जिमें कोई किते करफ्यू लग गया या फिर कोई लड़ाई झगड़ा हो गया, कोई सिविल वॉर होगी, कोई या फिर कोई फाइनैंशियल एमरजेंसी होगी, युद्ध हो गया, ऐसे हालातां दे विच जिहड़ियां राजां दीयां जिहड़ी सरकारां हुंदियां ने ओह डिसमिस कर दित्तियां जांदियां ने ते सारी शासन प्रणाली पूरे देश की जिहड़ी है ओह राष्ट्रपति के हत्थों में आ जाती है। इस तो इलावा एक दो होर भी संकटकालीन शक्तियां होंदियां ने, ये वो शक्तियां ने जिहड़ियां संकट के समय ने जिहड़ियां राष्ट्रपति नूं दे दित्ते जांदियां ने, इन्हां नूं आपां राष्ट्रपति दीयां संकटकालीन शक्तियां कहते हैं। इस तो बाद है बेटे मौलिक कर्तव्य। मौलिक कर्तव्य वो कर्तव्य ने जिहड़े कि हर नागरिक दे कर्तव्य ने कि हर नागरिक नूं की कीता जाना चाहिए। संविधान की 42वीं सोध जिहड़ी कि 1976 विच कीती गई उसके द्वारा ये ऐड किए गए ने, ये किए गए ने। ये अपने कर्तव्य ने कि जिवें आपां देश की सुरक्षा लिए हमेशा तैयार बर तैयार रहिए या फिर देश के राष्ट्रीय झंडे का सन्मान करिए, राष्ट्रीय गीत का सन्मान करिए, इस तरह के जिहड़े मौलिक कर्तव्य ने वो इस विच दर्ज किए गए ने। उस तो बाद है बेटे आखिरी विच जिहड़ी खास विशेषता है मौलिक अधिकार ते राज दी नीति के निर्देशक सिद्धांत। मौलिक अधिकार बेटे वो अधिकार ने जिहड़े हर एक नागरिक नूं मिले हुए ने। ठीक है, इन्हां दे विच शोषण के विरुद्ध अधिकार आ गया, धर्म की आज़ादी, समानता, सुतंत्रता, ये वो अधिकार ने जिहड़े अपने अच्छी जिंदगी जीने के लिए अपनी परसनैलिटी डिवेलपमेंट लिए बहुत ज़्यादा जरूरी ने। ठीक है, सो ये हो गए मौलिक अधिकार। उस तो बाद राजनीति के निर्देशक सिद्धांत वो होंदे ने जिहड़े कि गाइडलाइनस ने जिहड़े कि अपनी सरकार नूं यह गाइड करते हैं कि जे आपां किसी तरह का फैसला लेना है तो दिमाग में की रख के लेना है। ये जिवें समाजवादी या गांधीवादी या उदारवादी तरह के हो सकते हैं, अलग अलग विचारधारावां के उपर डिपेंडेंट हो सकते हैं, जिवें समाजवादी निर्देशक सिद्धांत हो या गांधीवादी हो गए, इस तरह के। ठीक है बेटे, सो दीज आर जस्ट द गाइडलाइनस कि जिहड़े किसी नूं गाइड करदियां ने कि किस तरह के रूल्स आपां बनाने हैं। ठीक है बच्चों, उम्मीद करती हैं कि तुहानूं इस संविधान दी विशेषतावां क्लीयर हो गई होणगीਆਂ। अज दे वीडियो विच इन्ना ही। इस पार्ट का रहिंदा भाग सुनने के लिए मेरी अगली वीडियो देखना ना भुल्लिओ। उम्मीद करती हैं कि तुहानूं काफ़ी कुछ इत्थों क्लीयर हो गया होएगा। तो इस चैनल नूं लाइक ते सबसक्राइब करते रहो ताकि मेरी हर वीडियोज़ का वध तो वध फायदा तुसीं उठा सको। सुनने लई धन्नवाद।